distance, conductance, conductivity, and more importantly जो last lectures ਦੇ ਵਿੱਚ discussion ਕਰਕੇ ਗਏ वो discussion ਜਿਹੜੀ ਹੈਗੀ ਸੀ वो ਤੁਹਾਡੀ ਇਹ ਸੀ ਵੀ material change ਹੋਣ ਦੇ ਨਾਲ resistivity change ਹੁੰਦੀ ਹੈ but dimensions change ਹੋਣ ਦੇ ਨਾਲ resistivity change ਨਹੀਂ ਹੁੰਦੀ ਸੋ ਕੁਛ ਇਸ concept ਦੇ related ਹੀ ਸੋ ਤੁਹਾਡਾ homework ਹੈਗਾ ਸੀ and ਉਸ homework ਦੇ ਵਿੱਚੋਂ ਤੁਹਾਡਾ ਇੱਕ ਹੀ ਮੇਨ ਡਾਊਟ ਆਇਆ ਐਂਡ ਉਹ ਸੀ ਜੀ ਕੁਐਸਚਨ ਨੰਬਰ 25 ਜੀ ਐਂਡ ਕੁਐਸਚਨ ਨੰਬਰ 25 ਦੇ ਵਿੱਚ ਬੇਟਾ ਜੀ ਸੋ ਜੋ ਵੀ ਪੁਆਇੰਟ ਹੈਗੇ ਸੀ ਐਕਚੁਅਲੀ ਤੁਹਾਡੇ ਵਾਸਤੇ ਨਵੇਂ ਹੋ ਸਕਦੇ ਨੇ ਬਟ ਅਗਰ ਤੁਸੀਂ ਬੁੱਕ ਫੋਲੋ ਕਰਦੇ ਹੋ ਫਿਰ ਤੁਹਾਡੇ ਵਾਸਤੇ ਨਵੇਂ ਨਹੀਂ ਹੋ ਸਕਦੇ ਸੀ ਸੋ ਬਿਕੋਜ਼ ਬੁੱਕ ਰੀਡ ਕਰੋ ਹਮੇਸ਼ਾ ਕਹਿੰਦਾ ਆ ਰਿਹਾ ਬੇਟਾ ਜੀ ਬੁੱਕ ਹਮੇਸ਼ਾ ਰੀਡ ਕਰੋ ਲਾਈਫ ਦੇ ਵਿੱਚ ਅਗਰ ਰਾਈਜ਼ ਕਰਨਾ ਹੈ ਤਾਂ ਠੀਕ ਹੈ ਸੋ ਬੱਚਾ ਜੋ ਬੁੱਕ ਨਹੀਂ ਫੋਲੋ ਕਰਦਾ ਉਸ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਚਲਿਏ ਸੋ ਫਿਲਹਾਲ ਕੁਐਸਚਨ ਨੰਬਰ 25 ਜੀ ਸੋ ਪ੍ਰੋਬਲਮ ਫॉर ਪ੍ਰੈਕਟਿਸ ਦਾ ਜੋ ਕਾਮਨਲੀ ਸਾਰੇ ਬੱਚਿਆਂ ਦਾ ਹੀ ਡਾਊਟ ਹੈਗਾ ਸੀ ਐਂਡ ਇਸ ਕੁਐਸਚਨ ਦੇ ਵਿੱਚ ਨਾ ਇਹ ਟਰਮ ਤੁਹਾਡੇ ਲਈ ਇੱਕ ਨਵੀਂ ਟਰਮ ਸੀ it's a mean free path so mean free path actually it's a distance it's a state distance ਜਦੋਂ ਇੱਕ ਪਾਰਟੀਕਲ ਦੂਸਰੇ ਪਾਰਟੀਕਲ ਨਾਲ ਕੋਲਾਈਡ ਕਰਦਾ ਹੈ ਜੀ ਜਦੋਂ ਇੱਕ ਪਾਰਟੀਕਲ ਦੂਸਰੇ ਪਾਰਟੀਕਲ ਦੇ ਨਾਲ ਕੋਲਾਈਡ ਕਰਦਾ ਹੈ then during this collision ਜੋ ਵੀ ਤੁਹਾਡਾ ਪਾਰਟੀਕਲ ਇਸ ਸਟੇਟ ਪਾਥ ਨੂੰ ਕਵਰ ਕਰਦਾ ਹੈ then ਇਸ ਸਟੇਟ ਪਾਥ ਨੂੰ ਹੀ ਬੋਲਿਆ ਜਾਂਦਾ ਹੈ as a mean free path so you know very well so ਆਪਾਂ ਇਹ ਕਿਹਾ ਸੀ ਨਾ ਵੀ ਕੰਡਕਟਰ ਦੇ ਵਿੱਚ ਨੰਬਰ ਆਫ ਚਾਰਜ ਪਾਰਟੀਕਲ ਹੁੰਦੇ ਨੇ and a number of charge particle non-uniform direction ਚ move ਕਰਦੇ ਨੇ but non-uniform direction ਤੋਂ uniform direction ਦੇ ਵਿੱਚ ਆਉਂਦੇ ਹੁੰਦੇ ਇਹ ਇੱਕ ਦੂਜੇ ਨਾਲ collide ਕਰਦੇ ਨੇ and during these successive collision ਜੀ so ਇੱਕ particle ਦੂਸਰੇ particle ਨਾਲ ਜਦੋਂ collide ਕਰਦਾ ਹੈ ਤਾਂ ਫਿਰ during this successive collision जो भी particle state path follow करेगा then उस state path में बोला जाएगा as a mean free path and अगर mean free path distance है तो फिर you know distance किस दे इक्वल होना चाहिए है जी so distance होना चाहिए है ਤੁਹਾਡਾ velocity into time ਦੇ जी ठीक है and अगर ये होना चाहिए है तो फिर velocity इस केस ਦੇ ਵਿੱਚ ਕਿਹੜੀ velocity ਹੋਏਗੀ ਬਈ drift velocity and time ਕਿਹੜਾ ਹੋਏਗਾ relaxation time ਐਂਡ ਅਗਰ ਇਹ ਹੈ ਤਾਂ ਫਿਰ 25th ਕੁਐਸਚਨ ਦੇ ਵਿੱਚ ਸੋ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਰਿਲੈਕਸੇਸ਼ਨ ਟਾਈਮ ਕੈਲਕੂਲੇਟ ਕਰਨਾ ਪੈਣਾ ਸੀ ਉਹ ਆਪਾਂ ਕੈਲਕੂਲੇਟ ਕਰਾਂਗੇ ਜੀ ਫਰੋਮ ਦਿਸ ਰਿਲੇਸ਼ਨ ਰੋ ਇਜ਼ ਇਕੁਅਲ ਟੂ m upon n e square tau ਤੋਂ ਜੀ ਸੋ ਰੋ ਗਿਵਨ ਹੈ ਮਾਸ ਗਿਵਨ ਹੈ ਨੰਬਰ ਡੈਂਸਿਟੀ ਗਿਵਨ ਹੈ ਇਲੈਕਟ੍ਰੋਨਿਕ ਚਾਰਜ ਗਿਵਨ ਹੈ ਇਸ ਦੀ ਵੈਲਿਊ ਯੂਜ਼ ਕਰਕੇ ਤੁਹਾਡੇ ਕੋਲੇ जो रिलैक्सेशन टाइम आ रहा सी वो इस दे इक्वल आ रहा सी एंड रिलैक्सेशन टाइम तो बाद ड्रिफ्ट वेलोसिटी ਤੁਹਾਨੂੰ ਗਿਵਨ ਸੀ ਜੀ ਐਂਡ ਡ੍ਰਿਫਟ ਵੈਲੋਸਿਟੀ ਦੀ ਵੈਲਿਊ ਅਗਰ 1.6 10 पर माइनस 4 ਹੈਗੀ ਸੀ ਤਾਂ ਫਿਰ ਇਹਨਾਂ ਨੂੰ ਮਲਟੀਪਲਾਈ ਕਰ ਦੇਣਾ ਸੀ ਫਾਈਨਲੀ ਤੁਹਾਡਾ ਆਨਸਰ ਆ ਜਾਣਾ ਸੀ ਸੋ ਆਨਸਰ ਦੇ ਵਿੱਚ ਉਮੀਦ ਕਰਦਾ ਮੇਰੇ ਸਟੂਡੈਂਟ ਨੂੰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਸੀ ਇਹ ਤਾਂ ਤੁਸੀਂ ਕਰ ਹੀ ਲੈਣਾ ਸੀ ਐਂਡ ਜੋ ਤੁਹਾਡਾ ਮੇਨ ਡਾਊਟ ਹੈਗਾ ਸੀ इस क्वेश्चन ਦੇ ਵਿੱਚ वो ਸਿੰਪਲੀ ਇਹ ਸੀ ਵੀ ਮੀਨ ਫ੍ਰੀ ਪਾਥ ਹੁੰਦਾ ਕਿਆ ਹੈ ਜੀ ਚਲਿਏ ਸੋ ਉਮੀਦ ਕਰਦਾ ਮੇਰੇ ਸਟੂਡੈਂਟਸ ਨੂੰ ਹੁਣ ਮੀਨ ਫ੍ਰੀ ਪਾਥ ਪਤਾ ਲੱਗ ਗਿਆ ਹੋਵੇਗਾ ਸੋ ਮੀਨ ਫ੍ਰੀ ਪਾਥ is the actual state path covered by the body in between two successive collision so ਦੋ successive collision ਦੇ in between ਜਦੋਂ ਵੀ ਪਾਰਟੀਕਲ ਇੱਕ ਸਟੇਟ ਪਾਥ ਫੋਲੋ ਕਰਦਾ ਹੈ then ਉਸ ਸਟੇਟ ਪਾਥ ਨੂੰ ਹੀ ਮੀਨ ਫ੍ਰੀ ਪਾਥ ਕਿਹਾ ਜਾਂਦਾ ਹੈ ਜੀ ਜਿਨ੍ਹਾਂ ਬੱਚਿਆਂ ਨੇ ਲਾਸਟ ਈਅਰ +1 ਮੇਰੇ ਅੰਡਰ ਕੀਤੀ ਹੋਈ ਹੈ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਵੀ ਇਹ ਮੀਨ ਫ੍ਰੀ ਪਾਥ ਬਿਕੋਜ਼ ਤੁਹਾਨੂੰ ਦੱਸਿਆ ਹੋਇਆ ਸੀ ਅਗਰ ਤੁਹਾਨੂੰ ਯਾਦ ਹੋਵੇ ਤਾਂ ਫਿਰ +1 ਦੇ ਵਿੱਚ ਇੱਕ ਯੂਨਿਟ ਹੈਗਾ ਸੀ ਜਿਸ ਯੂਨਿਟ ਦਾ ਮੈਂ ਨੰਬਰ ਨਹੀਂ ਬੋਲੂੰਗਾ ਬਟ ਉਸ ਯੂਨਿਟ ਦੇ ਵਿੱਚ ਮੈਂ ਤੁਹਾਨੂੰ ਇਹ ਕਿਹਾ ਸੀ ਵੀ 5 ਮਾਰਕਸ ਕੁਐਸਚਨ ਆਉਂਦਾ ਹੁੰਦਾ ਹੈ 5 ਮਾਰਕਸ ਕੁਐਸਚਨ ਆਉਂਦਾ ਹੁੰਦਾ ਹੈ ਦੈਨ ਉਸ ਚੈਪਟਰ ਦੇ ਵਿੱਚ ਜਿਸ ਦਾ ਨਾਮ ਕਿਨੈਟਿਕ ਥਿਊਰੀ ਆਫ ਗੈਸਸ then ਉਸ kinetic theory of gases ਦੇ ਵਿੱਚ ਵੀ ਬੇਟਾ so from the 9 postulates of your gases ਇੱਕ postulate ਚ ਤੁਹਾਨੂੰ ਉੱਥੇ ਵੀ mean free path ਹੀ ਸਮਝਾਇਆ ਗਿਆ ਸੀ ਜੀ so ਤਾਂ ਹੀ ਹਮੇਸ਼ਾ ਕਹਿੰਦਾ ਆ ਰਿਹਾ ਬੇਟਾ ਜੀ ਵੀ ਸੀਰੀਅਸਲੀ ਕਲਾਸ ਨੂੰ ਸੁਣੀਦਾ ਹੁੰਦਾ ਹੈ ਸੀਰੀਅਸਲੀ ਆਪਣੀ ਬੁੱਕ ਨੂੰ ਫੋਲੋ ਕਰਦੇ ਹੁੰਦੇ ਨੇ ਐਂਡ ਜੋ ਬੱਚਾ ਜਸਟ ਇਹਨਾਂ ਚੀਜ਼ਾਂ ਨੂੰ ਫੋਲੋ ਕਰੇਗਾ ਲਾਈਫ ਉਹਦੀ ਸਟੱਡੀ ਉਹਦੀ ਬਾਕੀ ਤਾਂ ਟਾਈਮ ਪਾਸ ਕਰਨ ਆਉਂਦੇ ਹੁੰਦੇ ਨੇ ਟਾਈਮ ਪਾਸ ਕਰਕੇ ਚਲੇ ਜਾਂਦੇ ਨੇ ਜੀ ਸੋ ਸਿਰਫ ਸਟੱਡੀ ਕਿਸੇ ਨੂੰ ਕਰਨੀ ਆਉਂਦੀ ਹੁੰਦੀ ਹੈ ਚਲਿਏ ਫਿਲਹਾਲ ਸੋ ਮੀਨ ਫ੍ਰੀ ਪਾਥ ਤੁਹਾਡੇ ਵਾਸਤੇ ਨਵੀਂ ਟਰਮ ਨਹੀਂ ਸੀ ਤੁਸੀਂ ਆਲਰੇਡੀ +1 ਦੇ ਵਿੱਚ
kinetic theory of gases ਵਾਲੇ ਚੈਪਟਰ ਦੇ ਵਿੱਚ ਵੀ ਆਪਣੇ postulates from the kinetic theory of gases ਦੇ ਵਿੱਚ ਵੀ ਇਹ ਚੀਜ਼ ਪੜ੍ਹ ਚੁੱਕੇ ਹੋ, ਬਟ ਫਿਰ ਵੀ ਮੈਂ ਤੁਹਾਨੂੰ ਇਸ ਚੈਪਟਰ ਦੇ ਵਿੱਚ ਦੁਬਾਰਾ ਡਿਫਾਈਨ ਕਰਤਾ ਵੀ mean free path actually it's a state distance in between the two successive collision ਹੁੰਦਾ ਹੈ, ਐਂਡ ਅਗਰ ਇਹ ਹੈ ਤਾਂ ਫਿਰ ਇਹ distance ਹੈ, distance velocity into time ਆਪਾਂ ਇਸ ਫਾਰਮੂਲੇ ਤੋਂ ਕੈਲਕੂਲੇਟ ਕਰ ਲਿਆ, diff velocity given ਸੀ, ਯੂਜ਼ ਕਰੋ all these value, ਇਹਨਾਂ ਵੈਲਿਊਜ਼ ਨੂੰ ਯੂਜ਼ ਕਰਕੇ ਫਾਈਨਲੀ ਤੁਹਾਡਾ ਆਂਸਰ ਤੁਹਾਡੀ ਸਕਰੀਨ ਦੇ ਉੱਪਰ ਹੈ। ਸੋ ਮੇਰੀ ਤਰਫ ਸੇ ਸੋ ਇਹ ਹੈ ਜੀ ਕੁਐਸਚਨ ਨੰਬਰ 25th ਪ੍ਰੋਬਲਮ ਫॉर ਪ੍ਰੈਕਟਿਸ ਦੇ ਸੋਲੂਸ਼ਨ ਦੇ ਸਟੈਪ ਜੀ। ਇਸ ਤੋਂ ਪਹਿਲਾਂ ਮੈਂ ਨੈਕਸਟ ਮੂਵ ਕਰਾਂ, ਬਿਫੋਰ ਦੈਟ ਐਨੀ ਡਾਊਟ ਸੋ ਫਾਰ ਇਨ ਦਿਸ ਪਾਰਟ ਆਫ ਯੂਰ ਡਿਸਕਸ਼ਨ। ਚਲਿਏ ਇਸ ਤੋਂ ਬਾਅਦ ਨੈਕਸਟ ਕਸ਼ਨੂਰ ਦਾ ਹੀ ਡਾਊਟ ਸੀ। ਕਸ਼ਨੂਰ ਮੈਂ ਜ਼ਿਆਦਾ ਟਾਈਮ ਵੇਸਟ ਨਹੀਂ ਕਰੂੰਗਾ ਬੇਟਾ, ਇਹ ਤੁਹਾਡੇ ਹੀ ਦੋ ਡਾਊਟਸ ਹੈਗੇ ਸੀ, ਸੋ ਤੁਸੀਂ ਪਰਸਨਲੀ ਵੀ ਮੈਨੂੰ ਕਾਲ ਕਰ ਸਕਦੇ ਹੋ ਬਿਕੋਜ਼ ਬਾਕੀ ਸਾਰੀ ਕਲਾਸ ਦੇ ਡਾਊਟ ਨਹੀਂ ਹੈਗੇ ਸੀ। ਚਲੋ ਫਿਰ ਵੀ ਆਪਾਂ ਕਸ਼ਨੂਰ ਨੂੰ ਜਲਦੀ ਜਲਦੀ ਸਮਝਾ ਦਿੰਨੇ ਬਿਕੋਜ਼ ਇਸ ਤੋਂ ਬਾਅਦ ਨੈਕਸਟ ਦੋ ਡਾਊਟ ਸਿਰਫ ਕਸ਼ਨੂਰ ਦੇ ਸੀ, ਬਾਕੀ ਸਾਰੀ ਕਲਾਸ ਦੇ ਇਹ ਡਾਊਟ ਨਹੀਂ ਸੀ। ਬਾਕੀ ਸਾਰੀ ਕਲਾਸ ਦਾ ਜੋ ਮੇਨ ਕਾਮਨ ਡਾਊਟ ਸੀ ਉਹ ਕੁਐਸਚਨ ਨੰਬਰ 25 ਸੀ ਜੋ ਤੁਹਾਡੇ ਸਾਹਮਣੇ ਹੈ। ਚਲਿਏ ਐਨੀਵੇ ਫਿਲਹਾਲ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਇਸ ਤੋਂ ਬਾਅਦ ਆਪਣੀ ਨੈਕਸਟ ਡਿਸਕਸ਼ਨ ਨੂੰ ਜੀ। ਐਂਡ ਉਸ ਨੈਕਸਟ ਡਿਸਕਸ਼ਨ ਤੋਂ ਪਹਿਲਾਂ ਜੋ ਇੱਕ ਕਸ਼ਨੂਰ ਦਾ ਡਾਊਟ ਹੈਗਾ ਸੀ ਆਪਾਂ ਉਹ ਵੀ ਕਲੀਅਰ ਕਰ ਲਈਏ ਜੀ। ਐਂਡ ਉਸ ਤੋਂ ਬਾਅਦ ਫਿਰ ਨੈਕਸਟ ਜੋ ਹੈ ਫਿਰ ਆਪਾਂ ਮੂਵ ਕਰਾਂਗੇ ਐਂਡ ਇੱਕ ਕੁਐਸਚਨ ਨੰਬਰ 24 जो प्रॉब्लम फॉर प्रैक्टिस दा डाउट सी ना, ये इंपॉर्टेंट जैसे भी ये इंटरेस्टिंग जैसे, ठीक है। देखिए फिर अपन कैसे इस क्वेश्चन जो कह रहे हैं ए वायर ऑफ 15 ohm रेजिस्टेंस इज ग्रेजुअली स्ट्रेच्ड टू डबल इट्स लेंथ, एंड अगर लेंथ डबल होगी देन ड्यू टू दिस जी जो न्यू रेजिस्टेंस हो जाएगी वो पहला नालों 4 टाइम्स हो जाएगी। इट मींस इस केस दे विच जे पहला रेजिस्टेंस 15 ohm सी तो ਹੁਣ ਤੁਹਾਡੀ ਜੋ रेजिस्टेंस हो जाएगी वो 60 ohm हो जाएगी जी, ठीक है जी। चलिए सो अगर ये हो जाएगा भी तो फिर इस तो बाद ਇਹ ਕਹਿ ਰਹੇ ਨੇ ਜੀ ਤੁਸੀਂ ਇਸ ਵਾਇਰ ਨੂੰ ਦੋ ਪਾਰਟਸ ਦੇ ਵਿੱਚ ਕੱਟ ਕੀਤਾ ਐਂਡ ਦੋ ਇਕੁਅਲ ਪਾਰਟਸ ਦੇ ਵਿੱਚ ਅਗਰ ਕੱਟ ਕਰੋਗੇ ਤਾਂ ਫਿਰ ਲੈਂਥ ਤੁਹਾਡੀ ਹਾਫ ਹੋਗੀ ਬਿਕੋਜ਼ ਯੂ نو r is equal to rho l upon a। ਇੱਥੇ ਬੇਟਾ ਏਰੀਆ ਤਾਂ ਸੇਮ ਰਿਹਾ ਨਾ, अगर फुल वायर की रेजिस्टेंस इतनी सी तो फिर हाफ वायर की रेजिस्टेंस कितनी रह जाएगी 30 ओम, इसकी रेजिस्टेंस भी कितनी रह जाएगी 30 ओम। फिर एक कह रहे सी तुसी दोनों वायर्स नु इस तो बाद जे दोनों वायर्स नु पैरेलल च लगाता, वैसे तो आपां रेजिस्टेंस इन सीरीज एंड रेजिस्टेंस इन पैरेलल हले पढ़ना है, बट फिर भी मेरे स्टूडेंट्स ने 10th क्लास दे विच सारा कुछ ऑलरेडी पढ़िया भी होया है भी पैरेलल ਦੇ ਵਿੱਚ ਰੈਜ਼ਿਸਟੈਂਸ ਇਨਵਰਟਡ ਵੇ ਨਾਲ ਐਡ ਹੁੰਦੀਆਂ। ਇਟ ਮੀਨਸ ਇਹਨਾਂ ਦੋ ਵਾਇਰਸ ਨੂੰ ਅਗਰ ਤੁਸੀਂ ਪੈਰਲਲ ਚ ਲਗਾਓਗੇ ਤਾਂ ਫਿਰ ਨੈਟ ਰੈਜ਼ਿਸਟੈਂਸ ਤੁਹਾਡੀ ਪੈਰਲਲ ਦੇ ਵਿੱਚ ਜੋ ਆਏਗੀ ਉਹ 1/30 plus 1/30 ਦੇ ਕਰਕੇ 15 ohm ਆ ਜਾਏਗੀ। ਅਗਰ ਇਹ ਹੈ ਤਾਂ ਫਿਰ ਇਹ ਕਹਿ ਰਹੇ ਨੇ ਤੁਸੀਂ ਇਹਨਾਂ ਦੋ ਵਾਇਰਸ ਨੂੰ ਆਪਣੀ ਇੱਕ ਬੈਟਰੀ ਦੇ ਨਾਲ ਕਨੈਕਟ ਕੀਤਾ, ਜਿਸ बैटरी की वोल्टेज जिहड़ी हैगी सी वो तुहाडी 3 वोल्ट सी, तो फिर तुसी इस सर्किट दे विच जो करंट हैगा सी वो कैलकुलेट करना सी। देन फ्रॉम योर ओम्स लॉ जो तुहाडे सर्किट दा करंट होएगा वो पोटेंशियल अपॉन रेजिस्टेंस, जो पोटेंशियल अप्लाई किया वो 3 वोल्ट एंड सारे सर्किट दी रेजिस्टेंस कितनी आ गई तुहाडी ये, सो ये आ गया तो 1/5 एंड 1/5 द मीनिंग 0.2 एम्पियर। सो ये है कशनूर तुम्हारे 24th क्वेश्चन दा आंसर है। सो 0.2 एम्पियर इज द आंसर ऑफ योर क्वेश्चन नंबर 24। एक बार फिर जल्दी 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 रिपीट कर लेना बिकॉज बाकी स्टूडेंट्स फिर जल्दी जल्दी बोर नहीं होंगे अपने जी। एंड क्वेश्चन सिंपल इजी बेटा जी कशनूर। सो ਤੁਹਾਡੇ ਕੋਲ ਇੱਕ ਵਾਇਰ ਸੀ, ਉਸ ਵਾਇਰ ਦੀ ਰੈਜ਼ਿਸਟੈਂਸ 15 ohm ਸੀ, ਤੁਸੀਂ ਇਸ ਵਾਇਰ ਨੂੰ ਸਟ੍ਰੈਚ ਕੀਤਾ, ਸਟ੍ਰੈਚ ਕਰਨ ਤੋਂ ਬਾਅਦ ਇਸ ਵਾਇਰ ਦੀ ਲੈਂਥ ਡਬਲ ਕਰਤੀ ਐਂਡ ਅਗਰ ਲੈਂਥ ਡਬਲ ਹੋ ਗਈ then due to this formula ਜੋ ਆਪਾਂ ਕੱਲ ਦੇ ਲੈਕਚਰ ਦੇ ਵਿੱਚ ਬੇਟਾ ਗੋ ਥਰੂ ਕੀਤਾ ਸੀ ਤਾਂ ਲੈਂਥ ਅਗਰ ਡਬਲ ਹੋਏਗੀ ਤਾਂ ਇਸ ਵਾਇਰ ਦੀ ਨਿਊ ਰੈਜ਼ਿਸਟੈਂਸ ਇਸ ਵਾਇਰ ਦੇ ਨਾਲੋਂ ਪਹਿਲਾਂ ਨਾਲੋਂ 4 ਟਾਈਮਸ ਹੋ ਜਾਏਗੀ। ਇਟ ਮੀਨਸ ਅਗਰ ਇਸ ਵਾਇਰ ਦੀ ਰੈਜ਼ਿਸਟੈਂਸ ਪਹਿਲਾਂ 15 ohm ਸੀ ਤਾਂ ਹੁਣ 4 ਟਾਈਮਸ ਹੋਣ ਤੋਂ ਬਾਅਦ ਇਸ ਵਾਇਰ ਦੀ ਰੈਜ਼ਿਸਟੈਂਸ 60 ohm ਹੋ ਜਾਏਗੀ।
ਫਿਰ ਕੁਐਸਚਨ ਦੇ ਵਿੱਚ ਇੱਕ ਟਵਿਸਟ ਲੈ ਕੇ ਆਏ ਐਂਡ ਉਹ ਟਵਿਸਟ ਇਹ ਸੀ ਵੀ ਤੁਸੀਂ ਇਸ ਵਾਇਰ ਨੂੰ ਦੋ ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕੀਤਾ। ਅਗਰ ਦੋ ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਤਾਂ ਫਿਰ ਦੋਨੋਂ ਪਾਰਟਸ ਦੀ ਜੋ ਰੈਜ਼ਿਸਟੈਂਸ ਰਹਿ ਗਈ ਉਹ ਇਸ ਦੀ ਹਾਫ 30 ਰਹਿ ਗਈ। ਐਂਡ ਫਿਰ ਸਟੇਟਮੈਂਟ ਇਹ ਕਹਿ ਰਹੀ ਹੈ ਤੁਸੀਂ ਦੋਨੋਂ ਵਾਇਰਸ ਨੂੰ ਪੈਰਲਲ ਚ ਲਗਾਇਆ। ਅਗਰ ਪੈਰਲਲ ਚ ਲਗਾਇਆ ਤਾਂ ਫਿਰ ਪੈਰਲਲ ਦੇ ਵਿੱਚ ਬੇਟਾ ਨੈਟ ਰੈਜ਼ਿਸਟੈਂਸ ਤੁਹਾਡੀ ਇਸ ਤਰ੍ਹਾਂ ਐਡ ਹੁੰਦੀ ਹੈ ਜਿਸ ਦੇ ਕਰਕੇ ਨੈਟ ਰੈਜ਼ਿਸਟੈਂਸ 15 ਓਮ ਰਹਿ ਗਈ। ਐਂਡ ਫਿਰ ਸਟੇਟਮੈਂਟ ਇਹ ਕਹਿ ਰਹੀ ਹੈ ਤੁਸੀਂ ਦੋਨੋਂ ਪੈਰਲਲ ਵਾਇਰਸ ਨੂੰ ਇਸ 3 ਵੋਲਟ ਦੇ ਸੈੱਲ ਦੇ ਨਾਲ ਕਨੈਕਟ ਕੀਤਾ ਤਾਂ ਫਿਰ ਇਸ ਦੇ ਕਰਕੇ ਜੋ ਤੁਹਾਡੇ ਸਰਕਟ ਚ ਕਰੰਟ ਸੀ ਉਹ ਤੁਸੀਂ ਕੈਲਕੂਲੇਟ ਕਰਨਾ ਸੀ। ਉਸ ਦੇ ਲਈ ਮੈਂ ਓਮਸ ਲਾਅ ਲਗਾਤਾ। ਓਮਸ ਲਾਅ ਦੇ ਅਕੋਰਡਿੰਗ ਜੇ ਪੋਟੈਂਸ਼ੀਅਲ ਇੰਨਾ ਸੀ ਤੇ ਤੁਹਾਡੀਆਂ ਦੋ ਵਾਇਰ ਦੀ ਰੈਜ਼ਿਸਟੈਂਸ ਇਸ ਦੇ ਇਕੁਅਲ ਸੀ ਤਾਂ ਫਿਰ ਕਟਿੰਗ ਕਰਕੇ ਬੇਟਾ ਤੁਹਾਡੇ ਸਰਕਟ ਦਾ ਜੋ ਓਵਰਆਲ ਕਰੰਟ ਆ ਗਿਆ ਉਹ ਇਸ ਦੇ ਇਕੁਅਲ ਆ ਗਿਆ। ਉਮੀਦ ਕਰਦਾ ਖੁਸ਼ਨੂਰ ਨੂੰ ਆਪਣੀ ਗਲਤੀ ਜ਼ਰੂਰ ਪਤਾ ਲੱਗੀ ਹੋਏਗੀ। ਸੋ ਹਮੇਸ਼ਾ ਕਹਿੰਦਾ ਆ ਰਿਹਾ ਬੇਟਾ ਡਾਊਟ ਪੁੱਛਣਾ ਕੋਈ ਗੁਨਾਹ ਨਹੀਂ ਹੁੰਦਾ। ਸੋ ਬਹੁਤ ਵਧੀਆ ਹੁੰਦਾ ਹੈ ਡਾਊਟ ਪੁੱਛੀਦਾ ਹੁੰਦਾ ਹੈ। ਜੋ ਤੁਹਾਡਾ ਡਾਊਟ ਹੈ ਡੈਫੀਨਿਟਲੀ ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ। ਬਟ ਹਮੇਸ਼ਾ ਮੈਂ MCQ ਕਲਾਸ ਦੇ ਵਿੱਚ ਬੇਟਾ ਜੀ ਮੈਂ ਹਮੇਸ਼ਾ ਇਹੀ ਚੀਜ਼ ਕਹਿੰਦਾ ਹੁੰਦਾ ਵੀ ਆਪਣੇ ਡਾਊਟ ਪੁੱਛਣ ਤੋਂ ਬਾਅਦ ਨਾ ਸਟੈਪ ਦੇਖਿਆ ਕਰੋ ਤੁਹਾਡੀ ਗਲਤੀ ਕਿੱਥੇ ਹੋਈ ਹੈ। ਤੁਹਾਡੀ ਗਲਤੀ ਕਿੱਥੇ ਹੋਗੀ ਉਸ ਗਲਤੀ ਨੂੰ ਪਕੜਨ ਦੀ ਕੋਸ਼ਿਸ਼ ਕਰਿਆ ਕਰੋ ਫਿਰ ਹੀ ਡਾਊਟ ਕਲੀਅਰ ਹੋਣ ਦਾ ਬੈਨੀਫਿਟ ਹੋਏਗਾ। ਅਦਰਵਾਈਜ਼ ਤਾਂ ਤੁਸੀਂ ਮੈਨੂੰ ਕੁਐਸਚਨ ਨੰਬਰ ਬੋਲਿਆ ਤੇ ਮੈਂ ਉਸ ਨੂੰ ਸੋਲਵ ਕਰ ਲਿਆ ਉਸ ਦਾ ਕੋਈ ਬੈਨੀਫਿਟ ਨਹੀਂ ਹੋਏਗਾ। ਠੀਕ ਹੈ ਬੇਟਾ ਜੀ ਚਲਿਏ ਸੋ ਤੁਹਾਡੇ ਕੁਐਸਚਨ ਨੰਬਰ 25th ਪ੍ਰੋਬਲਮ ਫॉर ਪ੍ਰੈਕਟਿਸ ਦੇ ਵਿੱਚ ਜੋ ਮੈਨੂੰ ਲੱਗਦਾ ਸਾਰੇ ਸਟੂਡੈਂਟਸ ਨੂੰ ਪ੍ਰੋਬਲਮ ਆਈ ਹੋਏਗੀ ਉਹ ਮੀਨ ਫ੍ਰੀ ਪਾਥ ਦੀ। ਬਟ ਜਦੋਂ ਮੈਂ ਇਸ ਨੂੰ ਡਿਫਾਈਨ ਕੀਤਾ ਤਾਂ ਮੈਨੂੰ ਲੱਗਦਾ ਹੁਣ ਸਾਰੇ ਸਟੂਡੈਂਟਸ ਨੂੰ ਬਹੁਤ ਈਜ਼ੀ ਲੱਗਿਆ ਹੋਣਾ ਵੀ ਐਕਚੁਅਲੀ ਮੀਨ ਫ੍ਰੀ ਪਾਥ ਹੁੰਦਾ ਕਿਆ ਹੈ ਜੀ। ਐਂਡ ਕੁਐਸਚਨ ਨੰਬਰ 24 ਦੇ ਵਿੱਚ ਸਿੰਪਲ ਸਟੈਪਸ ਸੀ ਜੋ ਮੈਂ ਆਲਰੇਡੀ 2 ਵਾਰੀ ਰਿਪੀਟ ਕਰ ਚੁੱਕਿਆ ਹਾਂ। ਇਸ ਤੋਂ ਪਹਿਲਾਂ ਮੈਂ ਨੈਕਸਟ ਮੂਵ ਕਰਾਂ ਮੈਨੂੰ ਉਮੀਦ ਕਰਦਾ ਮੈਂ ਜੀ ਖੁਸ਼ਨੂਰ ਆਪਣਾ ਜੋ 15 ਕੁਐਸਚਨ ਹੈਗਾ ਸੀ ਉਹ ਮੈਨੂੰ ਆਪਣੇ ਪਰਸਨਲ ਕਾਲ ਕਰਕੇ ਪੁੱਛ ਲੇਗੀ।